ਇਸ ਸੱਚੀ ਕਹਾਣੀ ਦੇ ਵਿੱਚ ਬੇਹੱਦ ਡਰ ਹੈ। ਇਸ ਦਾ ਸਹੀ ਅਨੁਭਵ ਲੈਣ ਲਈ ਕਿਰਪਾ ਹੈੱਡਫੋਨਸ ਲਗਾ ਕੇ ਅਖੀਰ ਤੱਕ ਸੁਣੋ। ਦੋਸਤੋ, ਅਕਸਰ ਅਸੀਂ ਅਣਜਾਣੇ ਵਿੱਚ ਇਨ੍ਹਾਂ ਸ਼ਕਤੀਆਂ ਦੇ ਰਾਸਤੇ ਵਿੱਚ ਆ ਜਾਂਦੇ ਹਾਂ। ਕਦੇ ਕਿਸੇ ਦੀ ਗਲਤੀ ਸਾਨੂੰ ਭੁਗਤਣੀ ਪੈਂਦੀ ਹੈ। ਅੱਜ ਦੀ ਕਹਾਣੀ ਇਸੇ ਗੱਲ ਤੇ ਆਧਾਰਿਤ ਹੈ। ਕੁਝ ਸਾਲ ਪਹਿਲਾਂ ਮੇਰੇ ਪਿਤਾ ਦੀ ਮੌਤ ਕਾਰ ਦੁਰਘਟਨਾ 'ਚ ਹੋ ਗਈ ਸੀ। ਮੇਰਾ ਨਾਮ ਰੀਆ ਹੈ। ਮੈਂ ਅਤੇ ਮੇਰੀ ਮਾਂ ਸਾਡੇ ਕੁੱਤੇ ਰੌਕੀ ਦੇ ਨਾਲ ਇੱਕ ਨਵੇਂ ਸੈਮੀ ਡਿਟੈਚਡ ਘਰ ਵਿੱਚ ਰਹਿਣ ਆ ਗਏ ਸੀ। ਇਹ ਇੱਕ ਵਧੀਆ ਦਿਖਣ ਵਾਲਾ ਘਰ ਸੀ। ਸਾਡੇ ਇਸ ਘਰ ਦੇ ਵਿੱਚ ਸ਼ਿਫਟ ਹੋਣ ਤੋਂ ਬਾਅਦ ਪਹਿਲੇ ਦਿਨ ਅਸੀਂ ਸਵੇਰ ਤੋਂ ਸਮਾਨ ਨੂੰ ਅਨਪੈਕਿੰਗ ਅਤੇ ਸਮਾਨ ਨੂੰ ਲਗਾਉਣ ਵਿੱਚ ਲੱਗ ਗਏ। ਸਾਡਾ ਸਾਰਾ ਦਿਨ ਇਸ ਤਰ੍ਹਾਂ ਬਿਜੀ ਰਿਹਾ। ਪਹਿਲੀਆਂ 3 ਰਾਤਾਂ ਮੇਰੀ ਮਾਤਾ ਨੇ ਦਰਵਾਜ਼ੇ ਤੇ ਕੱਪੜੇ ਦੇ ਨਾਲ ਢੱਕ ਕੇ ਬਿਤਾਈ, ਕਿਉਂਕਿ ਸੌਣ ਤੋਂ ਬਾਅਦ ਉਹ ਦਰਵਾਜ਼ਾ ਨਹੀਂ ਬੰਦ ਕਰ ਸਕਦੇ ਸਨ। ਛੋਟੀ ਹੋਣ ਦੇ ਕਾਰਨ ਮੈਂ ਦਰਵਾਜ਼ਾ ਬੰਦ ਕਰਕੇ ਨਹੀਂ ਸੌ ਸਕਦੀ ਸੀ। ਸਾਰੇ ਬੱਚਿਆਂ ਦੀ ਤਰ੍ਹਾਂ ਮੈਨੂੰ ਵੀ ਦਰਵਾਜ਼ਾ ਬੰਦ ਕਰਕੇ ਸੌਣ ਤੋਂ ਡਰ ਲੱਗਦਾ ਸੀ। ਚੌਥੀ ਰਾਤ ਮੈਂ ਅਤੇ ਮੇਰੀ ਮਾਂ ਨੇ ਮੇਰੀ ਮਾਂ ਦੀ ਅਲਮਾਰੀ ਨੂੰ ਠੀਕ ਕੀਤਾ ਅਤੇ ਸਾਰੇ ਕੱਪੜੇ ਸਹੀ ਕਰਕੇ ਲਗਾਏ। ਕਈ ਦਿਨਾਂ ਤੋਂ ਮੈਂ ਥੱਕੀ ਹੋਈ ਸੀ ਅਤੇ ਮੇਰੀ ਮਾਂ 12:30 ਵਜੇ ਸੌਣ ਚਲੇ ਗਏ। ਮੈਂ ਆਪਣੇ ਕਮਰੇ ਵਿੱਚ ਜਾ ਕੇ ਬਿਸਤਰੇ ਤੇ ਸੋ ਗਈ ਅਤੇ ਮੇਰੀ ਮੰਮੀ ਦੇ ਕਮਰੇ ਦੇ ਦਰਵਾਜ਼ੇ ਅਤੇ ਉਹਨਾਂ ਦੇ ਬੈੱਡ ਤੇ ਸੌਣ ਦੀ ਆਵਾਜ਼ ਨੂੰ ਵੀ ਸੁਣਿਆ। ਮੈਂ ਅਜੇ ਨੀਂਦ ਦੀ ਕਗਾਰ ਤੇ ਹੀ ਸੀ ਜਦੋਂ ਮੇਰੇ ਕੰਨ ਦੇ ਹੇਠਾਂ ਕੁਝ ਫੂਕ ਵੱਜੀ, ਜਿਵੇਂ ਕਿਸੇ ਨੇ ਫੂਕ ਮਾਰੀ ਹੋਵੇ, ਅਤੇ ਮੈਨੂੰ ਆਪਣੇ ਕੰਨ ਅਤੇ ਗਰਦਨ ਤੇ ਹਵਾ ਵੀ ਮਹਿਸੂਸ ਹੋਈ। ਮੈਂ ਦਹਿਸ਼ਤ ਨਾਲ ਜੰਮ ਗਈ ਤੇ ਹੁਣ ਮੇਰੀ ਨੀਂਦ ਵੀ ਉੱਡ ਗਈ। ਮੈਂ ਤੁਰੰਤ ਉੱਠ ਗਈ ਅਤੇ ਮੇਰੀ ਮੰਮੀ ਕੋਲ ਭੱਜ ਕੇ ਚਲੀ ਗਈ। ਮੇਰੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ। 12 ਸਾਲ ਦੀ ਉਮਰ ਵਿੱਚ ਮੈਂ ਇੱਕ ਸ਼ਾਂਤ, ਖੁਸ਼ਹਾਲ ਬੱਚੀ ਸੀ ਜਿਸ ਨੂੰ ਬਹੁਤ ਘੱਟ ਹੀ ਬੁਰੇ ਸੁਪਨੇ ਆਉਂਦੇ ਸਨ ਅਤੇ ਮੇਰੇ ਲਈ ਰੌਲਾ ਪਾਉਣਾ ਬਹੁਤ ਅਸਾਧਾਰਨ ਸੀ। ਯਾਨੀ ਕਿ ਮੈਂ ਕਦੇ ਵੀ ਛੇਤੀ ਡਰਦੀ ਨਹੀਂ ਸੀ। ਮੈਂ ਆਪਣੀ ਮੰਮੀ ਨੂੰ ਸਾਰੀ ਗੱਲ ਬਾਰੇ ਦੱਸਿਆ ਅਤੇ ਉਹਨਾਂ ਦੀ ਪ੍ਰਤੀਕਿਰਿਆ ਤੋਂ ਦੇਖ ਸਕਦੀ ਸੀ ਕਿ ਉਹਨਾਂ ਨੇ ਵੀ ਕੁਝ ਸੁਣਿਆ ਸੀ। ਮੰਮੀ ਨੇ ਮੈਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਕਿਵੇਂ ਉਹ ਸ਼ਾਇਦ ਪਾਈਪਾਂ ਦੀ ਆਵਾਜ਼ ਸੀ ਅਤੇ ਇਹ ਇੱਕ ਨਵਾਂ ਘਰ ਹੈ ਜਿਸ ਦੀ ਆਪਾਂ ਨੂੰ ਆਦਤ ਨਹੀਂ ਸੀ, ਅਤੇ ਮੈਨੂੰ ਵਾਪਸ ਜਾਣ ਵਾਸਤੇ ਕਿਹਾ। ਮੈਂ ਇਹ ਸਪਸ਼ਟ ਕਰ ਦਿੱਤਾ ਕਿ ਮੈਂ ਕਮਰੇ ਵਿੱਚ ਵਾਪਸ ਨਹੀਂ ਜਾ ਰਹੀ। ਮੇਰੀ ਮੰਮੀ ਬਹਿਸ ਕਰਨ ਤੋਂ ਬਹੁਤ ਥੱਕ ਗਈ ਅਤੇ ਕਿਹਾ ਕਿ ਮੈਂ ਉਸ ਦੇ ਨਾਲ ਇਸ ਕਮਰੇ ਵਿੱਚ ਸੋ ਜਾਵਾਂ। ਅਗਲੇ ਦਿਨ ਮੇਰੇ ਚਾਚਾ ਜੀ ਮਿਲਣ ਆਏ ਅਤੇ ਅਸੀਂ ਉਹਨਾਂ ਨੂੰ ਦੱਸਿਆ ਕਿ ਕੀ ਹੋਇਆ ਸੀ। ਮੇਰੇ ਚਾਚਾ ਜੀ ਇਸ ਸਭ ਗੱਲ ਨੂੰ ਸਾਡਾ ਵਹਿਮ ਸਮਝ ਰਹੇ ਸਨ, ਇਸ ਲਈ ਉਹਨਾਂ ਨੇ ਕਿਹਾ ਕਿ ਅੱਜ ਦੀ ਰਾਤ ਉਹ ਇੱਥੇ ਹੀ ਸੌ ਜਾਣਗੇ, ਉਸੇ ਕਮਰੇ 'ਚ ਜੋ ਮੇਰਾ ਕਮਰਾ ਸੀ। ਅਸੀਂ ਉਸੇ ਪੈਟਰਨ ਦੀ ਪਾਲਣਾ ਕੀਤੀ ਜੋ ਅਸੀਂ ਇੱਕ ਰਾਤ ਪਹਿਲਾਂ ਕੀਤੀ ਸੀ। ਸਾਰੇ 12:30 ਤੋਂ ਸੌਣ ਲਈ ਉੱਪਰ ਬੈੱਡ ਤੇ ਚਲੇ ਗਏ। ਮੈਂ ਅਤੇ ਮੰਮੀ ਨੇ ਮੇਰੇ ਚਾਚਾ ਜੀ ਨੂੰ ਗੁੱਡ ਨਾਈਟ ਕਿਹਾ ਅਤੇ ਉਹਨਾਂ ਦੇ ਬੈੱਡਰੂਮ ਦਾ ਦਰਵਾਜ਼ਾ ਬੰਦ ਕਰ ਦਿੱਤਾ ਅਤੇ ਅਸੀਂ ਵੀ ਆਪਣੇ ਬਿਸਤਰੇ ਵਿੱਚ ਆ ਗਏ। ਕਾਫੀ ਸਮੇਂ ਬਾਅਦ ਅਸੀਂ ਦੋਨਾਂ ਨੇ ਆਵਾਜ਼ ਸੁਣੀ। ਮੇਰੇ ਚਾਚਾ ਜੀ ਇੱਕ ਗਿਟਾਰਿਸਟ ਹੈ ਅਤੇ ਅਸੀਂ ਉਹਨਾਂ ਨੂੰ ਅਗਲੇ ਦਰਵਾਜ਼ੇ ਤੇ ਗਿਟਾਰ ਤੋਂ ਹੌਲੀ-ਹੌਲੀ ਡੁੱਡਲ ਕਰਦੇ ਦੇਖਿਆ। ਉਹਨਾਂ ਨੇ ਲਾਈਟ ਆਨ ਕੀਤੀ ਸੀ ਅਤੇ ਦਰਵਾਜ਼ਾ ਥੋੜਾ ਜਿਹਾ ਖੁੱਲਾ ਛੱਡ ਦਿੱਤਾ ਸੀ, ਜਿਵੇਂ ਕਿ ਮੈਂ ਇੱਕ ਰਾਤ ਪਹਿਲਾਂ ਕੀਤਾ ਸੀ। ਮੇਰੀ ਮਾਂ ਨੇ ਆਪਣੇ ਕਮਰੇ ਦੀ ਲਾਈਟ ਬੰਦ ਕਰ ਦਿੱਤੀ। ਅਸੀਂ ਉਹਨਾਂ ਦੀ ਆਵਾਜ਼ ਸੁਣੀ ਜੋ ਸਿਰਫ ਇੱਕ ਰੋਣ ਦੀ ਆਵਾਜ਼ ਦੇ ਰੂਪ ਦੇ ਵਿੱਚ ਵਰਣਨ ਕਰ ਸਕਦੇ ਹਾਂ। ਪੌੜੀ ਦੇ ਕੇਸ ਤੇ ਬਹੁਤ ਉੱਚੀ ਆਵਾਜ਼ ਵਿੱਚ ਚਾਚਾ ਜੀ ਰੋ ਰਹੇ ਸਨ। ਅੱਜ ਵੀ ਰੌਲਾ ਯਾਦ ਕਰਕੇ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ, ਕਿਉਂਕਿ ਰੌਲਾ ਇੰਨਾ ਜ਼ਿਆਦਾ ਉੱਚਾ ਸੀ। ਮੇਰੀ ਮਾਂ ਨੂੰ ਯਕੀਨ ਸੀ ਕਿ ਇਹ ਚਾਚਾ ਜੀ ਸੀ ਅਤੇ ਗੁੱਸੇ ਵਿੱਚ ਸੀ, ਜੋ ਸ਼ਾਇਦ ਸਾਨੂੰ ਡਰਾਉਣ ਦੀ ਕੋਸ਼ਿਸ਼ ਕਰਨਗੇ, ਕਿਉਂਕਿ ਸ਼ਾਇਦ ਉਹ ਦੁਸ਼ਟ ਆਤਮਾ ਦੇ ਕਬਜ਼ੇ ਵਿੱਚ ਸੀ। ਅਸੀਂ ਇੱਕ ਪਲ ਇੰਤਜ਼ਾਰ ਕਰਨ ਤੋਂ ਬਾਅਦ ਮੇਰੇ ਚਾਚੇ ਨੂੰ ਅਗਲੇ ਦਰਵਾਜ਼ੇ ਤੋਂ ਬਹੁਤ ਹੌਲੀ-ਹੌਲੀ ਮੇਰੀ ਮਾਂ ਦੇ ਕਮਰੇ ਵੱਲ ਆਉਂਦੇ ਦੀ ਆਵਾਜ਼ ਸੁਣੀ। ਉਸਨੇ ਦਰਵਾਜ਼ਾ ਖੜਕਾਇਆ ਅਤੇ ਅਸੀਂ ਅੰਦਰ ਆਉਣ ਲਈ ਕਿਹਾ। ਉਸ ਦੀਆਂ ਅੱਖਾਂ ਵਿੱਚ ਹੰਝੂ ਸਨ ਅਤੇ ਚਿਹਰਾ ਬਹੁਤ ਹੀ ਪੀਲਾ ਸੀ। ਉਸਨੇ ਇੱਕ ਦੋਸ਼ੀ ਅਤੇ ਡਰੀ ਹੋਈ ਆਵਾਜ਼ ਵਿੱਚ ਕਿਹਾ ਕਿ ਉਹ ਤੁਹਾਡੇ ਵਿੱਚੋਂ ਇੱਕ ਸੀ। ਇਹ ਮਜ਼ਾਕੀਆ ਗੱਲ ਨਹੀਂ ਸੀ ਜੇਕਰ ਇਹ ਤੁਹਾਡੇ ਵਿੱਚੋਂ ਕੋਈ ਇੱਕ ਸੀ। ਮੈਂ ਆਪਣੀ ਮਾਂ ਦਾ ਚਿਹਰਾ ਪੀਲਾ ਹੁੰਦਾ ਵੇਖਿਆ। ਅਚਾਨਕ ਮੇਰੇ ਚਾਚਾ ਜੀ ਦਾ ਸਰੀਰ ਕੰਬਣ ਲੱਗ ਪਿਆ। ਉਸ ਤੋਂ ਬਾਅਦ ਉਹ ਬੇਹੋਸ਼ ਹੋ ਕੇ ਗਿਰ ਗਏ। ਉਹ ਰਾਤ ਮੁਸ਼ਕਿਲ ਨਾਲ ਅਸੀਂ ਕੱਟੀ। ਸਾਨੂੰ ਇਹ ਪਤਾ ਚੱਲ ਗਿਆ ਸੀ ਕਿ ਕੁਛ ਨਾ ਕੁਛ ਗੜਬੜ ਹੈ। ਅਗਲੀ ਸਵੇਰ ਸਾਨੂੰ ਪਤਾ ਸੀ ਕਿ ਕੁਝ ਅਲੌਕਿਕ ਹੋ ਰਿਹਾ ਸੀ। ਮੇਰੀ ਮਾਂ ਨੇ ਉਸ ਸਾਲ ਦੇ ਸ਼ੁਰੂ ਵਿੱਚ ਇੱਕ ਸਿਆਣੀ ਔਰਤ ਨੂੰ ਦੇਖਿਆ ਸੀ ਅਤੇ ਉਸ ਨੂੰ ਮਦਦ ਲਈ ਬੁਲਾਇਆ। ਉਸ ਦਿਨ ਸਿਆਣੀ ਔਰਤ ਆਪਣੇ ਦੋਸਤ ਨਾਲ ਘਰ ਦੀ ਜਾਂਚ ਕਰਨ ਆਈ ਸੀ। ਮੈਨੂੰ ਦੱਸਣਾ ਚਾਹੀਦਾ ਹੈ ਕਿ ਜਦੋਂ ਤੋਂ ਅਸੀਂ ਇਸ ਘਰ ਵਿੱਚ ਆਏ ਸੀ
ਅਸੀਂ ਆਪਣੇ ਕੁੱਤੇ ਨੂੰ ਰਸੋਈ ਵਿੱਚ ਰੱਖਿਆ ਸੀ। ਹਰ ਰਾਤ ਉਹ ਉੱਚੀ ਰੌਲਾ ਪਾਉਂਦਾ ਸੀ ਅਤੇ ਦਰਵਾਜ਼ਾ ਖੁਰਚਦਾ ਰਹਿੰਦਾ ਸੀ। ਮੈਂ ਅਕਸਰ ਮਹਿਸੂਸ ਕੀਤਾ ਕਿ ਸਾਨੂੰ ਕੋਈ ਲੁਕ ਕੇ ਦੇਖ ਰਿਹਾ ਹੈ। ਜਦੋਂ ਅਸੀਂ ਸਮਾਨ ਸ਼ਿਫਟ ਕਰ ਰਹੇ ਸੀ, ਉਸ ਵਿੱਚ ਗਵਾਂਢੀਆਂ ਦੇ ਲੜਕੇ ਨੂੰ ਦੇਖਿਆ ਸੀ, ਜੋ ਸਾਨੂੰ ਕਿਸੇ ਪ੍ਰਕਾਰ ਦੇ ਜਾਦੂਗਰ ਵਰਗਾ ਲੱਗਦਾ ਸੀ, ਕਿਉਂਕਿ ਉਹ ਅਕਸਰ ਜਾਦੂਗਰਾਂ ਦੇ ਵਰਗੇ ਕੱਪੜੇ ਪਾਉਂਦਾ ਸੀ। ਪਰ ਜਦੋਂ ਦੂਜੇ ਦਿਨ ਵੈਨ ਵਿੱਚੋਂ ਕੁਝ ਡੱਬੇ ਖੋਲੇ ਤਾਂ ਮੈਂ ਦੇਖਿਆ ਕਿ ਉਸ ਲੜਕੇ ਨੇ ਆਪਣੇ ਗਲੇ ਵਿੱਚ ਪੈਂਡੂਲਮ ਪਾਇਆ ਹੋਇਆ ਸੀ, ਜੋ ਜ਼ਿਆਦਾਤਰ ਜਾਦੂਗਰ ਪਾਉਂਦੇ ਸਨ। ਮੈਂ ਅਤੇ ਮੇਰੀ ਮਾਂ ਅਧਿਆਤਮਿਕਵਾਦ ਵਿੱਚ ਦਿਲਚਸਪੀ ਰੱਖਦੇ ਸਨ। ਮੇਰੇ ਕੋਲ ਉਸ ਨੂੰ ਗਲਤ ਸਮਝਣ ਦਾ ਕੋਈ ਨਕਾਰਾਤਮਕ ਅਰਥ ਨਹੀਂ ਸੀ। ਹਾਲਾਂਕਿ ਉਸ ਦੇ ਚਰਿੱਤਰ ਅਤੇ ਪਰਿਵਾਰ ਨੇ ਮੈਨੂੰ ਬੇਚੈਨੀ ਦੀ ਭਾਵਨਾ ਦਿੱਤੀ। ਜਦੋਂ ਅਸੀਂ ਉਹਨਾਂ ਨੂੰ ਦੇਖਿਆ ਤਾਂ ਉਹ ਕਦੇ ਵੀ ਆਰਾਮ ਨਹੀਂ ਕਰਦੇ ਸਨ ਅਤੇ ਅਕਸਰ ਸਾਡੇ ਅੰਦਰ ਜਾਣ ਤੋਂ ਬਾਅਦ ਜਲਦੀ ਬਾਹਰ ਚਲੇ ਜਾਂਦੇ ਸਨ। ਸਿਆਣੀ ਔਰਤ ਨੇ ਪੁਸ਼ਟੀ ਕੀਤੀ ਕਿ ਘਰ ਵਿੱਚ ਆਤਮਿਕ ਮੌਜੂਦਗੀ ਸੀ। ਉਸਨੇ ਮੈਨੂੰ ਪੁੱਛਿਆ ਕਿ ਕੀ ਮੈਂ ਇੱਕ ਛੋਟੀ ਕੁੜੀ ਨੂੰ ਦੇਖਿਆ ਹੈ, ਕਿਉਂਕਿ ਉਹ ਮੇਰੇ ਵੱਲ ਖਿੱਚੀ ਆਈ ਹੈ। ਉਹ ਲੜਕੀ ਕੋਈ ਵੀ ਨੁਕਸਾਨ ਨਹੀਂ ਪਹੁੰਚਾਉਂਦੀ ਸੀ। ਮੈਂ ਕਿਹਾ ਕਿ ਮੈਂ ਦੇਖਿਆ ਨਹੀਂ ਹੈ, ਪਰ ਮਹਿਸੂਸ ਬਹੁਤ ਵਾਰ ਕੀਤਾ ਹੈ। ਪਰ ਜੋ ਕੋਈ ਵੀ ਮੇਰੇ ਕੰਨ ਹੇਠਾਂ ਫੂਕਦਾ ਹੈ, ਉਹ ਯਕੀਨੀ ਤੌਰ ਤੇ ਸਾਨੂੰ ਨੁਕਸਾਨ ਪਹੁੰਚਾਉਣਾ ਚਾਹੁੰਦਾ ਹੈ ਅਤੇ ਸਾਡੇ ਇਸ ਘਰ ਦੇ ਵਿੱਚ ਆਉਣ ਤੋਂ ਉਹ ਖੁਸ਼ ਨਹੀਂ ਹੈ। ਸਿਆਣੀ ਔਰਤ ਨੇ ਕਿਹਾ ਕਿ ਇੱਕ ਹੋਰ ਮੌਜੂਦਗੀ ਸੀ, ਜੋ ਇੱਕ ਬਹੁਤ ਗੁੱਸੇ ਵਾਲੀ ਆਤਮਾ ਸੀ ਅਤੇ ਉਸ ਨੂੰ ਪਰੇਸ਼ਾਨ ਕਰਨ ਤੋਂ ਰੋਕਣ ਲਈ ਸਾਨੂੰ ਇੱਕ ਚੱਕਰ ਕਰਦਾ ਲਗਾਉਣ ਦੀ ਜ਼ਰੂਰਤ ਹੋਵੇਗੀ। ਅਸੀਂ ਚਾਰੇ ਮੇਰੇ ਘਰ ਵਿੱਚ ਇਕੱਠੇ ਹੋਏ। ਸਿਆਣੀ ਔਰਤ ਨੇ ਘਰ ਦੇ ਕੇਂਦਰ ਵਿੱਚ ਛੱਡੇ ਇੱਕ ਚੱਕਰ ਤੋਂ ਇਲਾਵਾ ਸਾਰੇ ਕਮਰੇ ਵਿੱਚ ਸਮੁੰਦਰੀ ਲੂਣ ਡੋਲਿਆ। ਉਸਨੇ ਫਿਰ ਇੱਕ ਕਾਗਜ਼ ਨੂੰ ਸਾੜਨਾ ਸ਼ੁਰੂ ਕਰ ਦਿੱਤਾ। ਉਸਨੇ ਸਾਨੂੰ ਵੱਖ-ਵੱਖ ਪਾਸੇ ਟੇਬਲ ਤੇ ਬਹਿਣ ਦਾ ਆਦੇਸ਼ ਦਿੱਤਾ ਅਤੇ ਸਾਨੂੰ ਹੱਥ ਫੜਨ ਲਈ ਕਿਹਾ। ਉਸਨੇ ਕਿਹਾ ਕਿ ਸਾਨੂੰ ਬਿਨਾਂ ਦੱਸੇ ਜਾਣਾ ਨਹੀਂ ਅਤੇ ਕਿਸੇ ਵੀ ਹਾਲ ਵਿੱਚ ਹੱਥ ਨਹੀਂ ਛੱਡਣਾ ਚਾਹੀਦਾ ਅਤੇ ਜਦੋਂ ਅਸੀਂ ਪ੍ਰਾਰਥਨਾ ਕਰਾਂਗੇ ਤਾਂ ਅਸੀਂ ਚੀਜ਼ਾਂ ਸੁਣ ਜਾਂ ਵੇਖ ਸਕਦੇ ਹਾਂ, ਡਰਨਾ ਨਹੀਂ। ਮੈਂ ਇਸ ਬਿੰਦੂ ਤੇ ਥੋੜਾ ਸੰਦੇਹਵਾਦੀ ਮਹਿਸੂਸ ਕਰ ਰਹੀ ਸੀ, ਇੱਥੋਂ ਤੱਕ ਕਿ ਸਿਆਣੀ ਔਰਤ ਵਿੱਚ ਦਿਲਚਸਪੀਆਂ ਦੇ ਨਾਲ ਮੈਨੂੰ ਯਕੀਨ ਨਹੀਂ ਸੀ ਕਿ ਕਿਵੇਂ ਨਮਕ ਅਤੇ ਹੱਥ ਫੜਨਾ ਇੱਕ ਆਤਮਾ ਨੂੰ ਘਰ ਛੱਡਣ ਲਈ ਮਨਾ ਸਕਦਾ ਹੈ। ਉਸਨੇ ਮਹਾਦੂਤ ਮਾਈਕਲ ਅਤੇ ਹੋਰ ਦੂਤਾਂ ਨੂੰ ਸੱਦਣਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਕਮਰੇ ਦਾ ਤਾਪਮਾਨ ਕਾਫੀ ਘਟ ਗਿਆ ਸੀ ਅਤੇ ਹਵਾ ਵਿੱਚ ਬਿਜਲੀ ਦੀ ਲਹਿਰਾਂ ਸੀ। ਸਭ ਤੋਂ ਅਸਾਧਾਰਨ ਗੱਲ ਇਹ ਸੀ ਕਿ ਅਜਿਹਾ ਮਹਿਸੂਸ ਹੋਇਆ ਜਿਵੇਂ ਠੰਡੇ ਸੱਪ ਸਾਡੇ ਗਿੱਟਿਆਂ ਦੁਆਲੇ ਘੁੰਮ ਰਹੇ ਹਨ। ਸਿਆਣੀ ਔਰਤ ਨੇ ਮੈਨੂੰ ਕਿਹਾ ਕਿ ਮੈਨੂੰ ਸਾਰਿਆਂ ਦਾ ਹੱਥ ਨਹੀਂ ਛੱਡਣਾ ਹੈ। ਸਿਆਣੀ ਔਰਤ ਜੋ ਮੇਰੇ ਖੱਬੇ ਪਾਸੇ ਸੀ ਅਤੇ ਛੋਟੀ ਕੁੜੀ ਦੀ ਆਤਮਾ ਨੂੰ ਘਰ ਤੋਂ ਬਾਹਰ ਕਰਨ ਵਿੱਚ ਪੁਰਜ਼ੋਰ ਕੋਸ਼ਿਸ਼ ਕਰ ਰਹੀ ਸੀ। ਮੈਂ ਅਜਿਹਾ ਕੀਤਾ ਅਤੇ ਮੇਰੇ ਹੱਥ ਵਿੱਚ ਠੰਡ ਮਹਿਸੂਸ ਹੋਣ ਲੱਗੀ। ਇੱਕ ਸਨਸਨੀ ਵੱਧ ਰਹੀ ਸੀ ਅਤੇ ਮੈਨੂੰ ਪਤਾ ਸੀ ਕਿ ਕੁੜੀ ਦੀ ਆਤਮਾ ਨੂੰ ਘਰ ਤੋਂ ਦੂਰ ਕਰ ਦਿੱਤਾ ਗਿਆ ਹੈ। ਗੁੱਸੇ ਵਾਲੇ ਆਦਮੀ ਦੀ ਆਤਮਾ ਨੂੰ ਕਾਬੂ ਕਰਨ ਵਿੱਚ ਮੁਸ਼ਕਿਲ ਆਈ ਅਤੇ 2 ਵਾਰ ਉਸਨੇ ਕਮਰੇ ਦੇ ਕਿਸੇ ਹੋਰ ਖੇਤਰ ਵਿੱਚ ਛੁਪਣ ਦੀ ਕੋਸ਼ਿਸ਼ ਕੀਤੀ ਤਾਂ ਕਿ ਲੱਗੇ ਕਿ ਉਹ ਘਰੋਂ ਚਲਾ ਗਿਆ ਹੈ। ਘਰ ਤੋਂ ਬਾਹਰ ਹੋ ਜਾਣ ਦਾ ਦਿਖਾਵਾ ਕੀਤਾ। ਸਿਆਣੀ ਔਰਤ ਨੇ ਮੈਨੂੰ ਅਤੇ ਮੇਰੀ ਮਾਂ ਨੂੰ ਹੇਠਾਂ ਇੰਤਜ਼ਾਰ ਕਰਨ ਲਈ ਕਿਹਾ। ਜਦੋਂ ਸਿਆਣੀ ਔਰਤ ਅਤੇ ਉਸ ਦਾ ਹੈਲਪਰ ਉਸ ਨਾਲ ਉਸ ਖਤਰਨਾਕ ਆਤਮਾ ਦੇ ਨਾਲ ਜੂਝ ਰਹੇ ਸਨ, ਜਦੋਂ ਕਿ ਹੇਠਾਂ ਅਸੀਂ ਉਹਨਾਂ ਦੀ ਆਵਾਜ਼ ਸੁਣ ਰਹੇ ਸੀ, ਆਖਰਕਾਰ ਉਹ ਉਸ ਨੂੰ ਕਾਬੂ ਕਰਨ ਵਿੱਚ ਕਾਮਯਾਬ ਹੋ ਗਏ। ਇਸ ਦੇ ਖਤਮ ਹੋਣ ਤੋਂ ਬਾਅਦ ਉਹਨਾਂ ਨੇ ਸਾਨੂੰ ਦੱਸਿਆ ਕਿ ਜਿਹੜਾ ਵਿਅਕਤੀ ਸਾਨੂੰ ਤੰਗ ਕਰ ਰਿਹਾ ਸੀ ਉਹ ਨਸ਼ੇੜੀ ਸੀ। ਉਸ ਦੇ ਦੋਸਤ ਨੇ ਉਸ ਨੂੰ ਕੋਲ ਟਰਕੀ ਜਾਣ ਲਈ ਕਮਰੇ ਵਿੱਚ ਬੰਦ ਕਰ ਦਿੱਤਾ ਅਤੇ ਉਸ ਦੀ ਆਪਣੀ ਉਲਟੀ ਕਰਕੇ ਦਮ ਘੁੱਟਣ ਦੇ ਕਾਰਨ ਮੌਤ ਹੋ ਗਈ ਸੀ। ਸਿਆਣੀ ਔਰਤ ਨੇ ਸਮਝਾਇਆ ਕਿ ਉਹ ਆਪਣਾ ਗੁੱਸਾ ਸਾਡੇ ਤੇ ਕੱਢ ਰਿਹਾ ਸੀ, ਕਿਉਂਕਿ ਉਹ ਸੋਚਦਾ ਸੀ ਕਿ ਅਸੀਂ ਹੀ ਉਸ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਸੀ। ਉਸਨੇ ਕਿਹਾ ਕਿ ਇਹ ਘਟਨਾ ਇਸ ਘਰ ਦੇ ਅੰਦਰ ਨਹੀਂ ਵਾਪਰੀ ਸੀ, ਬਲਕਿ ਕਿਸੇ ਹੋਰ ਘਰ ਵਿੱਚ ਵਾਪਰੀ ਹੈ। ਇਹ ਆਤਮਾ ਤਾਂ ਕਿਸੇ ਪੋਰਟਲ ਦੇ ਰਾਹੀਂ ਇੱਥੇ ਆਈ ਸੀ, ਜੋ ਤੁਹਾਡੇ ਕਮਰੇ ਦੀ ਇਸ ਕੰਧ ਤੋਂ ਇਸ ਘਰ ਵਿੱਚ ਬਣਾ ਹੈ। ਦਰਅਸਲ ਇਹ ਕਿਸੇ ਨਾਦਾਨ ਬੰਦੇ ਨੇ ਗਲਤੀ ਨਾਲ ਇਸ ਕੰਧ ਤੇ ਪੋਰਟਲ ਬਣਾਇਆ ਹੈ, ਜੋ ਇਸ ਦੁਨੀਆ ਤੋਂ ਦੂਸਰੀ ਦੁਨੀਆ ਨਾਲ ਜੁੜਿਆ ਹੈ, ਜਿਸ ਰਾਹੀਂ ਇਹ ਆਤਮਾਵਾਂ ਇਸ ਘਰ ਵਿੱਚ ਆ ਗਈਆਂ ਹਨ। ਹੁਣ ਅਸੀਂ ਇਹਨਾਂ ਨੂੰ ਵਾਪਸ ਭੇਜ ਦਿੱਤਾ ਅਤੇ ਇਸ ਪੋਰਟਲ ਨੂੰ ਬੰਦ ਕਰ ਦਿੱਤਾ। ਉਸਨੇ ਇੱਕ ਪਲ ਲਈ ਆਪਣੀਆਂ ਅੱਖਾਂ ਬੰਦ ਕੀਤੀਆਂ ਅਤੇ ਫਿਰ ਕਿਹਾ, ਘਰ ਦੇ ਨੇੜੇ ਇੱਕ ਲੜਕਾ ਸੀ। ਮੇਰਾ ਮੰਨਣਾ ਹੈ ਕਿ ਉਸਨੇ ਕਿਸੇ ਕਿਸਮ ਦਾ ਆਊਜਾ ਬੋਰਡ
ਵਰਤਿਆ ਅਤੇ ਅਚਾਨਕ ਤੁਹਾਡੇ ਬੈਡਰੂਮ ਵੱਲ ਜਾਣ ਵਾਲੀ ਕੰਧ ਵਿੱਚ ਇੱਕ ਪੋਰਟਲ ਬਣਾਇਆ। ਇਸ ਦਾ ਮਤਲਬ ਇਹ ਸੀ ਕਿ ਕੋਈ ਵੀ ਆਤਮਾ ਲੰਘ ਸਕਦੀ ਸੀ। ਮੈਂ ਅਤੇ ਮੇਰੀ ਮਾਂ ਪੂਰੀ ਤਰ੍ਹਾਂ ਨਿਸ਼ਬਦ ਹੋ ਗਏ ਸਨ, ਪਰ ਜੋ ਕੁਝ ਉਸਨੇ ਕਿਹਾ ਸੀ ਉਹ ਸੱਚ ਹੈ, ਕਿਉਂਕਿ ਇਹ ਸ਼ਾਇਦ ਸਾਡਾ ਗੁਆਂਢੀ ਲੜਕਾ ਸੀ ਜਿਸ ਨੂੰ ਮੈਂ ਗਲੇ ਵਿੱਚ ਪੈਂਡੂਲਮ ਪਾਏ ਹੋਏ ਦੇਖਿਆ ਸੀ, ਅਤੇ ਇਹ ਉਸ ਪਰੇਸ਼ਾਨੀ ਨਾਲ ਮੇਲ ਖਾਂਦਾ ਹੈ ਜਿਸ ਦਾ ਅਸੀਂ ਅਨੁਭਵ ਕੀਤਾ ਸੀ। ਅੱਜ ਤੱਕ ਮੇਰਾ ਮੰਨਣਾ ਹੈ ਕਿ ਇਸ ਤਜਰਬੇ ਦੇ ਕਾਰਨ ਖਾਸ ਤੌਰ ਤੇ ਅਸੀਂ ਮਾਨਸਿਕ ਅਤੇ ਸਰੀਰਕ ਪਰੇਸ਼ਾਨ ਰਹੇ ਹਾਂ, ਜਿਸ ਕਾਰਨ ਸਾਨੂੰ ਸਾਡੇ ਪਰਿਵਾਰ ਤੇ ਹੋਰ ਵੀ ਵਿਸ਼ਵਾਸ ਵੱਧ ਗਿਆ ਹੈ ਅਤੇ ਇਸ ਮੈਨੂੰ ਪਰਮਾਤਮਾ ਤੇ ਪੱਕਾ ਯਕੀਨ ਹੋ ਗਿਆ ਹੈ। तो दोस्तों, ਇਹ ਸੱਚੀ ਕਹਾਣੀ ਅਸੀਂ ਇੱਕ ਵੈਬਸਾਈਟ ਤੋਂ ਲਈ ਹੈ। ਤੁਸੀਂ ਵੀ ਆਪਣੀ ਕਹਾਣੀ WhatsApp ਨਾਲ ਸਾਨੂੰ ਸ਼ੇਅਰ ਕਰ ਸਕਦੇ ਹੋ। ਬਾਕੀ ਤੁਸੀਂ ਇਸ ਕਹਾਣੀ ਦੇ ਬਾਰੇ ਕੀ ਸੋਚਦੇ ਹੋ, ਕਮੈਂਟ ਕਰਕੇ ਦੱਸੋ। ਅਸੀਂ ਤੁਹਾਡੇ ਕਮੈਂਟਾਂ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰਾਂਗੇ। ਜੇ ਸਾਡੇ ਚੈਨਲ ਤੇ ਤੁਸੀਂ ਨਵੇਂ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲੋ, ਤਾਂ ਕਿ ਸਾਡਾ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚੇ। ਤਾਂ ਫਿਰ ਚੱਲਦੇ ਹਾਂ, ਛੇਤੀ ਹੀ ਫਿਰ ਮਿਲਾਂਗੇ ਇੱਕ ਹੋਰ ਸੱਚੀ ਕਹਾਣੀ ਦੇ ਨਾਲ। ਤਦ ਤੱਕ ਲਈ ਗੁੱਡ ਬਾਏ।